ਹਫ਼ਤੇ ਭਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਵਰੁਣ ਕੌਰ ਮਾਨ ਹਾਜ਼ਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਕੈਨੇਡਾ ਸਰਕਾਰ ਨੇ ਵਿਦੇਸ਼ੀ ਯਾਤਰੀਆਂ ਲਈ ਕਰੋਨਾ ਬੰਦਿਸ਼ਾਂ ਕੀਤੀਆਂ ਖਤਮ। 27 ਲੱਖ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ 4 ਮਹੀਨੇ ਵਿੱਚ ਹੋਵੇਗਾ ਖਤਮ। ਕੈਨੇਡਾ ਜਾਣ ਵਾਲਿਆਂ ਲਈ ਚੰਗੀ ਖਬਰ, ਹੁਣ ਆਨਲਾਈਨ ਦੇਖ ਸਕੋਗੇ ਵੀਜ਼ਾ ਐਪਲੀਕੇਸ਼ਨ ਦਾ ਸਟੇਟਸ। ਕੈਨੇਡਾ ਦੀਆਂ ਸੜਕਾਂ ਤੇ ਉਤਰੇ ਹਜ਼ਾਰਾਂ ਪ੍ਰਵਾਸੀ, ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲਿਆਂ ਨੂੰ ਪੱਕਾ ਕਰਨ ਦੀ ਮੰਗ। ਪੰਜਾਬੀ ਭਾਈਚਾਰੇ ਲਈ ਖੁਸ਼ਖਬਰੀ, ਜਲਦ ਸ਼ੁਰੂ ਹੋ ਸਕਦੀ ਹੈ ਕੈਨੇਡਾ ਤੋਂ ਪੰਜਾਬ ਲਈ ਸਿੱਧੀ ਚਾਰਟਰਡ ਉਡਾਣ। ਪੰਜਾਬੀ ਵਕੀਲ ਦੇ ਕਲਾਇੰਟਸ ਨੂੰ ਡਿਪੋਰਟ ਕਰੇਗੀ ਕੈਨੇਡਾ ਸਰਕਾਰ। ਟਰੂਡੋ ਤੇ ਬਾਈਡਨ ਨੂੰ ਮੇਅਰਜ਼ ਅਤੇ ਐਮਪੀਜ਼ ਨੇ ਲਿਖੀ ਖੁੱਲ੍ਹੀ ਚਿੱਠੀ। ਕੈਨੇਡਾ ਅਮਰੀਕਾ ਸਰਹੱਦ ਤੇ ਲੱਗੀਆਂ ਕਰੋਨਾ ਪਾਬੰਦੀਆਂ ਨੂੰ ਜਲਦ ਤੋਂ ਜਲਦ ਹਟਾਏ ਜਾਣ ਦੀ ਮੰਗ। ਫਰਜ਼ੀ ਏਜੰਟਾਂ ਦਾ ਜਾਲ, 70 ਪੰਜਾਬ ਤੋਂ ਸਮੇਤ 400 ਔਰਤਾਂ UAE ਵਿੱਚ ਫਸੀਆਂ। ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ, ਜਲਦ ਖੁੱਲਣਗੇ ਵਿਦੇਸ਼ੀ ਕਾਮਿਆਂ ਲਈ ਦਰਵਾਜ਼ੇ। ਦਿੱਲੀ ਦੀ IGI ਪੁਲਿਸ ਵੱਲੋਂ ਫਰਜ਼ੀ ਵੀਜ਼ਾ ਪਾਸਪੋਰਟ ਬਣਾ ਕੇ ਵਿਦੇਸ਼ ਭੇਜਣ ਵਾਲੇ ਗੈਂਗ ਦਾ ਖੁਲਾਸਾ, ਜ਼ਬਤ ਕੀਤੀ ਗਈ ਸਮੱਗਰੀ ਪੰਜਾਬ ਨਾਲ ਵੀ ਜੁੜੇ ਤਾਰ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੂਤਵਾਸ 3000 ਭਾਰਤੀ ਸ਼ਰਧਾਲੂਆਂ ਨੂੰ ਦੇਵੇਗਾ 10 ਦਿਨਾਂ ਦਾ ਵੀਜ਼ਾ। ਹਾਂਗਕਾਂਗ ਨੇ 2.5 ਸਾਲ ਬਾਅਦ ਵਿਦੇਸ਼ੀ ਯਾਤਰੀਆਂ ਲਈ ਹੋਟਲ ਕੁਆਰੰਟਾਈਨ ਪਾਬੰਦੀਆਂ ਕੀਤੀਆਂ ਖਤਮ। ਜਾਪਾਨ ਨੇ ਵਿਦੇਸ਼ੀ ਸੈਲਾਨੀਆਂ ਲਈ ਖੋਲ੍ਹੇ ਦਰਵਾਜ਼ੇ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਕਰੋਨਾ ਦੇ ਰੋਜ਼ਾਨਾ ਕੇਸਾਂ ਦੀ ਗਿਣਤੀ ਤੇ ਲੋਕਾਂ ਦੇ ਮਨਾਂ ਵਿੱਚੋਂ ਇਸ ਦਾ ਖੌਫ ਕਾਫੀ ਘਟ ਚੁੱਕਿਆ ਹੈ। ਇਸ ਦੇ ਚਲਦਿਆਂ ਸਾਰੇ ਦੇਸ਼ਾਂ ਨੇ ਆਪਣੀਆਂ ਸਰਹੱਦਾਂ ਪੂਰੀ ਤਰ੍ਹਾਂ ਖੋਲ੍ਹ ਦਿੱਤੀਆਂ ਨੇ। ਇਸੇ ਤਰ੍ਹਾਂ ਕੈਨੇਡਾ ਸਰਕਾਰ ਨੇ ਵੀ ਵੱਡਾ ਐਲਾਨ ਕਰਦਿਆਂ ਵਿਦੇਸ਼ੀ ਯਾਤਰੀਆਂ ਲਈ ਕਰੋਨਾ ਬੰਦਿਸ਼ਾਂ ਖਤਮ ਕਰਨ ਦਾ ਐਲਾਨ ਕਰ ਦਿੱਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੇ ਲਈ ਹਾਮੀ ਭਰ ਦਿੱਤੀ ਹੈ ਤੇ ਹੁਣ 30 ਸਤੰਬਰ ਤੋਂ ਨਵੇਂ ਨਿਯਮ ਲਾਗੂ ਹੋ ਜਾਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਤੰਬਰ ਦੇ ਅਖੀਰ ਵਿੱਚ ਕੈਨੇਡਾ ਆਉਣ ਵਾਲੇ ਲੋਕਾਂ ਲਈ ਵੈਕਸੀਨੇਸ਼ਨ ਦੀ ਲੋੜ ਨੂੰ ਖਤਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। 27 ਲੱਖ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਮੌਜੂਦਾ ਵਰ੍ਹੇ ਦੇ ਅੰਤ ਤੱਕ ਖਤਮ ਹੋਣ ਦੀ ਉਮੀਦ ਜ਼ਾਹਿਰ ਕਰਦਿਆਂ ਕੈਨੇਡਾ ਸਰਕਾਰ ਨੇ ਕਿਹਾ ਕਿ ਸ਼ੁੱਕਰਵਾਰ ਤੋਂ ਇਮੀਗ੍ਰੇਸ਼ਨ ਪ੍ਰਣਾਲੀ ਮੁਕੰਮਲ ਤੌਰ ਤੇ ਡਿਜੀਟਲ ਹੋ ਰਹੀ ਹੈ, ਜਿਸ ਰਾਹੀਂ PR ਦੀਆਂ ਅਰਜ਼ੀਆਂ ਕੁਝ ਹਫ਼ਤਿਆਂ ਵਿੱਚ ਨਿਪਟਾਈਆਂ ਜਾ ਸਕਣਗੀਆਂ ਅਤੇ ਫਾਈਲ ਦਾ ਸਟੇਟਸ ਵੀ ਨਾਲੋਂ ਨਾਲ ਪਤਾ ਲੱਗਦਾ ਰਹੇਗਾ। ਨਵੀਂ ਤਕਨੀਕ ਦਾ ਸਭ ਤੋਂ ਵੱਧ ਫਾਇਦਾ ਭਾਰਤੀਆਂ ਨੂੰ ਹੋਏਗਾ, ਜਿਨ੍ਹਾਂ ਨੂੰ ਕੈਨੇਡਾ ਸਰਕਾਰ ਹਰ ਹਫ਼ਤੇ 10,000 ਵੀਜ਼ਾ ਜਾਰੀ ਕਰ ਰਹੀ ਹੈ ਔਰ ਇਮੀਗ੍ਰੇਸ਼ਨ ਅਫਸਰਾਂ ਵੱਲੋਂ ਆਮ ਤੌਰ ਤੇ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ ਅਤੇ ਕਈ ਵਾਰ ਬਿਨੇਕਾਰਾਂ ਵੱਲੋਂ ਪ੍ਰੋਸੈਸਿੰਗ ਵਿੱਚ ਬੇਵਜ੍ਹਾ ਦੇਰੀ ਹੋਣ ਦੀ ਸ਼ਿਕਾਇਤ ਕੀਤੀ ਜਾਂਦੀ ਹੈ। ਪਰ ਹੁਣ ਕੈਨੇਡਾ ਦੀ PR ਮੰਗਣ ਵਾਲਿਆਂ ਨੂੰ ਸੁਖਾਲਾ ਅਤੇ ਤੇਜ਼ ਰਾਹ ਮਿਲ ਗਿਆ ਹੈ। ਕੈਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖਬਰ ਹੈ। ਪਹਿਲਾਂ ਤੁਹਾਡੇ ਵੱਲੋਂ ਲਗਾਈ ਗਈ ਫਾਈਲ ਦਾ ਸਟੇਟਸ ਇਮੀਗ੍ਰੇਸ਼ਨ ਵਾਲੇ ਨਹੀਂ ਦੱਸਦੇ ਸੀ, ਜਿਸ ਨਾਲ ਬਿਨੇਕਾਰ ਨੂੰ ਇੱਧਰ-ਉੱਧਰ ਭਟਕਣਾ ਪੈਂਦਾ ਸੀ ਅਤੇ ਕਦੇ ਏਜੰਟ ਗੁੰਮਰਾਹ ਕਰਦੇ ਰਹਿੰਦੇ ਸੀ। ਹੁਣ ਐਪਲੀਕੇਸ਼ਨ ਦੀ ਪੈਂਡੈਂਸੀ ਲੱਖਾਂ ਵਿੱਚ ਹੋ ਜਾਣ ਦੇ ਬਾਅਦ ਕੈਨੇਡਾ ਸਰਕਾਰ ਨੇ ਹਰ ਪ੍ਰੋਫਾਈਲ ਕੇ ਲੱਗਣ ਵਾਲੇ ਸਮੇਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਗਵਰਨਮੈਂਟ ਨੇ ਸਤੰਬਰ ਵਿੱਚ ਆਪਣੀ ਸਰਕਾਰੀ ਵੈਬਸਾਈਟ ਤੇ ਇਸ ਦੀ ਜਾਣਕਾਰੀ ਦਿੱਤੀ। ਵੈਬਸਾਈਟ ਦੇ ਮੁਤਾਬਕ ਵਿਜ਼ਿਟਰ ਵੀਜ਼ਾ ਲਈ 137 ਦਿਨ, ਸਟੂਡੈਂਟ ਵੀਜ਼ਾ ਲਈ 12 ਹਫ਼ਤੇ, ਸਪਾਊਸ ਲਈ 23 ਮਹੀਨੇ, ਵਰਕ ਪਰਮਿਟ ਲਈ 29 ਹਫ਼ਤੇ ਦਾ ਸਮਾਂ ਲੱਗ ਰਿਹਾ। ਮਾਪੇ ਅਤੇ ਦਾਦਾ ਦਾਦੀ ਦੇ ਸੁਪਰ ਵੀਜ਼ਾ ਲਈ 48 ਦਿਨ ਅਤੇ ਮਾਤਾ ਪਿਤਾ ਅਤੇ ਦਾਦਾ ਦਾਦੀ ਨੂੰ PR ਲਈ 36 ਮਹੀਨੇ ਲੱਗ ਰਹੇ ਨੇ। PR ਕਾਰਡ ਪਹਿਲੀ ਵਾਰ ਜਾਰੀ ਹੋਣ ਵਿੱਚ 65 ਦਿਨ ਲੱਗ ਰਹੇ ਨੇ। ਕੈਨੇਡਾ ਸਰਕਾਰ ਦੀ ਵੈਬਸਾਈਟ ਤੇ ਜਾਣ ਮਗਰੋਂ ਚੈੱਕ ਪ੍ਰੋਸੈਸਿੰਗ ਟਾਈਮ ਵਾਲੇ ਸੈਕਸ਼ਨ ਵਿੱਚ ਜਾਓ। ਸਿਲੈਕਟ ਔਨ ਐਪਲੀਕੇਸ਼ਨ ਟਾਈਪ ਕਰਨ ਤੇ ਲਿਸਟ ਖੁੱਲੇਗੀ। ਉਸ ਵਿੱਚ ਵੀਜ਼ਾ ਕੈਟੇਗਰੀ ਸਿਲੈਕਟ ਕਰੋ। ਕਲਿੱਕ ਕਰਦੇ ਹੀ 2 ਆਪਸ਼ਨ ਮਿਲਣਗੇ, ਵਿਜ਼ਿਟਰ ਵੀਜ਼ਾ ਇਨਸਾਈਡ ਕੈਨੇਡਾ ਅਤੇ ਆਊਟਸਾਈਡ ਕੈਨੇਡਾ। ਆਊਟਸਾਈਡ ਕੈਨੇਡਾ ਵਾਲਾ ਆਪਸ਼ਨ ਚੁਣਨਾ ਹੈ, ਅੱਗੇ ਦੇਸ਼ ਦਾ ਆਪਸ਼ਨ ਆਏਗਾ। ਇਸ ਮਗਰੋਂ ਹੇਠਾਂ ਗੈਟ ਪ੍ਰੋਸੈਸਿੰਗ ਟਾਈਮ ਦਾ ਆਪਸ਼ਨ ਹੋਏਗਾ। ਇੱਥੇ ਕਲਿੱਕ ਕਰਦੇ ਹੀ ਵੀਜ਼ਾ ਦੇ ਦਿਨ ਮਹੀਨੇ ਦੱਸ ਦੇਗਾ। ਪ੍ਰੋਸੈਸਿੰਗ ਟਾਈਮ ਵੀ ਇਸ ਵੈਬਸਾਈਟ ਤੇ ਪਤਾ ਲੱਗ ਜਾਂਦਾ ਹੈ, ਪਰ ਬਾਇਓਮੈਟ੍ਰਿਕਸ ਹੋਣ ਦੇ ਬਾਅਦ ਲੰਬੇ ਸਮੇਂ ਤੋਂ ਕੈਨੇਡਾ ਇਮੀਗ੍ਰੇਸ਼ਨ ਦੇ ਸਲਾਹਕਾਰ ਵਜੋਂ ਕੈਨੇਡਾ ਤੋਂ ਸੇਵਾਵਾਂ ਦੇ ਰਹੇ ਵਕੀਲ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਵਿਡ ਕਾਰਨ ਪੈਂਡੈਂਸੀ ਵੱਧ ਜਾਣ ਮਗਰੋਂ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਵਿਭਾਗ ਨੂੰ ਭਾਰੀ ਫੰਡ ਦਿੱਤੇ ਨੇ ਤੇ 1250 ਨਵੇਂ ਕਰਮਚਾਰੀ ਭਰਤੀ ਕੀਤੇ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਘੋਸ਼ਣਾ ਕੀਤੀ ਹੈ ਕਿ ਇਸ ਸਾਲ ਦਸੰਬਰ ਤੱਕ 80% ਪੈਂਡੈਂਸੀ ਖਤਮ ਕੀਤੀ ਜਾਏਗੀ। हर बिनेकार कैनेडा की सरकारी वैबसाइट से अकाउंट बना के अपना एप्लीकेशन का स्टेटस पता कर सकता है।
ਕੈਨੇਡਾ ਦੀਆਂ ਸੜਕਾਂ ਤੇ ਐਤਵਾਰ ਨੂੰ ਪ੍ਰਵਾਸੀਆਂ ਦਾ ਹੜ੍ਹ ਨਜ਼ਰ ਆਇਆ ਜੋ ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲਿਆਂ ਨੂੰ ਪੱਕਾ ਕਰਨ ਦੀ ਮੰਗ ਕਰ ਰਹੇ ਸੀ। ਟੋਰਾਂਟੋ ਸਣੇ ਕੈਨੇਡਾ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਹਮਾਇਤ ਵਿੱਚ ਰੈਲੀਆਂ ਹੋਈਆਂ ਤੇ ਲਿਬਰਲ ਸਰਕਾਰ ਨੂੰ ਜਲਦ ਤੋਂ ਜਲਦ ਇਤਿਹਾਸਕ ਫੈਸਲਾ ਲੈਣ ਦੀ अपील की गई। टोरंटो तो इलावा वैनकूवर एडमिंटन सने 13 शहरों में प्रवासियों ने वड्डे इकट्ठ किए। टोरंटो विखे भारी बारिश भी प्रवासियों के हौसले पस्त ना कर सकी जो लगातार कच्चे प्रवासियों लिए PR की मांग कर रहे सन। प्रवासियों की हमायत में किरती जथेबंदियों के मैंबर भी शामिल हुए। बचपन में अपने परिवार नाल मैक्सीको तो कैनेडा पुजे एक नौजवान ने रैली दौरान दस्सिया कि उसके परिवार सेहत सहूलतां वास्ते संघर्ष करना पै रहा ਅਤੇ कोई इमीग्रेशन स्टेटस ना होने कारण कैनेडा बाहर नहीं जा सकता। इमीग्रेशन स्टेटस ना होने कारण काम दौरान जानवरों वर्गा सलूक किया जाता है। याद रहे कि इस तो पहला कैनेडा सरकार ने 5 लाख गैर कानूनी प्रवासियों को पक्का करने के संकेत दे दिते ने, पर इस बारे रस्मी तौर पर कोई ऐलान नहीं किया गया। पंजाबी भाईचारे वालों कैनेडा तो अमृतसर की सीधी उड़ान की मंग दरमियान एक कैनेडियन कंपनी ने जल्द ही उड़ान शुरू करने का ऐलान किया है। रॉयल कैनेडियन एयरलाइन वालों लाहौर, चंडीगढ़ और अमृतसर समेत मिडल ईस्ट लिए जल्दी उड़ाना शुरू करने की गल आखी गई है। रेडियो कैनेडा इंटरनेशनल नाल गलबात दौरान वसीम जावेद ने कहा, असीं एक चार्टर्ड उड़ान शुरू करन जा रहे हैं जिस लिए अमृतसर, लाहौर, चंडीगढ़ ते होर एयरपोर्ट अथॉरिटीज़ नाल गलबात चल रही है। रॉयल कैनेडियन एयरलाइन तो सैंडी चट्ठा ने जानकारी दिंदे हुए दस्सिया कि कंपनी शुरुआत विच टोरंटो तो लाहौर, अमृतसर और चंडीगढ़ उड़ाणा शुरू करने की योजना बना रही है, पर बाद विच वैनकूवर समेत होरना शहरों तो भी उड़ाणा शुरू कीतियां जाणगियां। इत्थे दस्सणयोग है कि ਵੱਖ-ਵੱਖ देशों में हवाई उड़ाणा एयर ट्रांसपोर्ट एग्रीमेंट मुताबक चलदियां ने। ट्रांसपोर्ट कैनेडा वालों रेडियो कैनेडा इंटरनेशनल नाल सांझी की गई जानकारी मुताबक भारत कैनेडा दरमियान हुए समझौते तहत कैनेडियन एयरलाइन सीधी अमृतसर नहीं जा सकती। वसीम जावेद का दावा है कि उन्होंने उड़ान उपर उक्त समझौते का कोई प्रभाव नहीं होएगा। जावेद ने कहा, साडी उड़ान एक चार्टर्ड उड़ान वजों काम करेगी ते सानू अमृतसर विच उतरन लई एयरपोर्ट की प्रवानगी की लोड़ पेगी, जिस लिए असीं काम कर रहे हैं। फर्जी दस्तावेज़ों के आधार पर कनेडा विच पनाह के दावे दाखिल करवाउण के मामले में दोषी ठहराए इमीग्रेशन वकील बलराज रॉजर पट्टी के क्लाइंट्स की भी हुण खैर नहीं है। कनेडा बॉर्डर सर्विसेज एजेंसी ने बलराज पट्टी राही आए केसां की पड़ताल आरंभ कर दी है और इन्हां सबनां नूं डिपोर्ट किया जा सकता है। इत्थे दसना बनता है कि बलराज रॉजर पट्टी नूं धोखाधड़ी ते तत्थां नूं तोड़ मरोड़ के पेश करने के दोष हेठ 22 महीने कैद की सज़ा सुनाई गई। 63 साल के बलराज सिंह रॉजर पट्टी विरुद्ध 2 साल पहला विदेशी नागरिकों नाल गंढ तुप तहत पनाह के फर्जी दावे दाखिल करने के दोष लगे, जिस मगरों ब्रिटिश कोलंबिया की लॉ सोसाइटी ने बलराज रॉजर पट्टी नूं मुअत्तल कर दिता। दुनिया के होर मुल्कों वांग कैनेडा ते अमेरिका विच भी कोरोना के केसां की गिणती ਅਤੇ लोगों के मनां विचों इस महामारी का खौफ बिल्कुल घटता जा रहा। इस दे चलदियां इन्हां दोवां मुल्कों के एमपीज़ ਅਤੇ सरहदी शहरों के मेयर्स ने कैनेडा के प्रधानमंत्री जस्टिन ट्रूडो ਅਤੇ अमेरिका के राष्ट्रपति जो बाइडन नूं एक खुली चिट्ठी लिखी, जिस विच कैनेडा अमेरिका सरहद ते लगियां कोरोना पाबंदियां नूं जल्द तो जल्द हटाए जाण दी मंग की गई है। इस खुली चिट्ठी बारे जानकारी दिंदियां नियाग्रा फॉल्स के मेयर जिम डायोडोटी ने कहा कि कैनेडा अमेरिका सरहद वपारक कारोबारां नूं मद्देनज़र रखदियां बहुत मायने रखदी है। दोवां देशां दे सरहदी इलाकिਆਂ ਵਿੱਚ बसते लोकां दी इस सरहद राही रोजी रोटी चलदी है। दुबई स्थित डॉक्टर सुरिंदरपाल सिंह ओबराय यानी कि SP ओबराय ने दावा किया है कि 400 तो वध भारतीय औरतां जिन्हां विच 70 पंजाब दीआं ने UAE ਅਤੇ ओमान विच फस गईਆਂ ने, क्योंकि बेईमान ट्रैवल एजेंटां ने उन्हां नूं विदेश विच अपना गुजारा चलाउण लई छड्ड दित्ता है। उन्होंने अगे कहा कि एक हफ्ता पहला उन्होंने मस्कट विच भारत के राजदूत अमित नारंग नाल मुलाकात की सी तां जो देश वापसी लई अपनाए जाण वाले रूपरेखावां बारे चर्चा की जा सके। उन्होंने कहा कि इस तो पहला अगस्त विच प्रधानमंत्री नरेंद्र मोदी नूं मिले सी अते उन्हां नूं इन्हां औरतां दी हालत तो जाणू करवाया सी।
ਉਹਨਾਂ ਨੇ ਕਿਹਾ ਕਿ ਉਹ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਵੀ ਮਿਲੇ ਨੇ। ਇੱਕ ਸਾਬਕਾ IFS ਅਧਿਕਾਰੀ ਹੋਣ ਦੇ ਨਾਤੇ ਪੁਰੀ ਕੁੜੀਆਂ ਦੁਆਰਾ ਦਰਪੇਸ਼ ਅਜ਼ਮਾਇਸ਼ਾਂ ਅਤੇ ਮੁਸੀਬਤਾਂ ਨੂੰ ਪੂਰੀ ਤਰ੍ਹਾਂ ਸਮਝਦੇ ਨੇ। ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਉਹ ਮਾਮਲਾ ਓਮਾਨ ਅਤੇ UAE ਦੇ ਅਧਿਕਾਰੀਆਂ ਕੋਲ ਉਠਾਉਣਗੇ। ਰਾਜਦੂਤ ਨਰੰਗ ਨੇ ਮੈਨੂੰ ਆਪਣੇ ਪੂਰੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਉਹਨਾਂ ਨੇ ਮੈਨੂੰ ਦੱਸਿਆ ਕਿ ਜਦੋਂ ਤੱਕ ਉਸਦੇ ਅਧਿਕਾਰੀ ਉਹਨਾਂ ਵਿੱਚੋਂ 25 ਦੇ ਦਸਤਾਵੇਜ਼ ਤਿਆਰ ਕਰ ਲੈਂਦੇ ਨੇ, 50 ਹੋਰ ਸਰੀਰਕ ਸ਼ੋਸ਼ਣ ਅਤੇ ਭਾਵਨਾਤਮਕ ਤੌਰ ਤੇ ਡੁੱਬੀਆਂ ਲੜਕੀਆਂ ਸੁਰੱਖਿਅਤ ਪਨਾਹ ਲੈਣ ਲਈ ਦੂਤਵਾਸ ਪਹੁੰਚ ਜਾਣਗੀਆਂ। ਓਬਰਾਏ ਨੇ ਦਾਅਵਾ ਕੀਤਾ ਹੈ ਕਿ ਮਰਦਾਂ ਦੇ ਗਰੁੱਪ ਟਰੈਵਲ ਏਜੰਟਾਂ ਦਾ ਭੇਸ ਧਾਰ ਕੇ ਪੰਜਾਬ ਅਤੇ ਹਰਿਆਣਾ ਦੇ ਪਿੰਡਾਂ ਵਿੱਚ ਭੋਲੀਆਂ ਭਾੜੀਆਂ ਔਰਤਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਔਰਤਾਂ ਨੂੰ ਸੁਪਨੇ ਵੇਚਦੇ ਨੇ। ਲੜਕੀਆਂ ਨੂੰ 14 ਦਿਨ ਦੇ ਵਿਜ਼ਿਟਰ ਵੀਜ਼ਾ ਤੇ UAE ਪਾਸਪੋਰਟ ਜ਼ਬਰਦਸਤੀ ਖੋਹ ਲਏ ਨੇ। ਇੱਕ ਵਾਰ ਜਦੋਂ 14 ਦਿਨ ਦੀ ਮਿਆਦ ਪੂਰੀ ਹੋ ਜਾਂਦੀ ਹੈ ਤਾਂ ਉਹਨਾਂ ਦਾ ਰਹਿਣਾ ਗੈਰ ਕਾਨੂੰਨੀ ਹੋ ਜਾਂਦਾ ਹੈ ਅਤੇ ਬਾਅਦ ਵਿੱਚ ਜਾਂ ਤਾਂ ਅਮੀਰਾਂ ਵਿੱਚ ਵੇਚ ਦਿੱਤਾ ਜਾਂਦਾ ਹੈ ਜਾਂ ਮਾਮੂਲੀ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੈ। ਅਗਲੇ ਸਮੇਂ ਵਿੱਚ ਆਸਟ੍ਰੇਲੀਆ ਅੰਦਰ ਕਾਮਿਆਂ ਦੀ ਕੰਮ ਦੀ ਮੰਗ ਵੱਧ ਸਕਦੀ ਹੈ। ਇਹ ਖੁਲਾਸਾ ਤਾਜ਼ਾ ਅੰਕੜਿਆਂ ਤੋਂ ਹੋਇਆ। ਸਰਕਾਰੀ ਡਾਟਾ ਦੇ ਮੁਤਾਬਕ ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਦਰ 3.4% ਤੇ ਆ ਗਈ ਹੈ, ਜੋ ਕਿ 48 ਸਾਲਾਂ ਵਿੱਚ ਸਭ ਤੋਂ ਘੱਟ ਹੈ। ਇਸ ਦਾ ਭਾਵ ਇਹ ਹੈ ਕਿ ਅਗਲੇ ਸਮੇਂ ਵਿੱਚ ਹੋਰ ਕਾਮਿਆਂ ਦੀ ਲੋੜ ਪਏਗੀ, ਜਿਸ ਦੀ ਪੂਰਤੀ ਵਿਦੇਸ਼ੀ ਕਾਮਿਆਂ ਰਾਹੀਂ ਹੋਏਗੀ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਮਹੀਨੇ ਆਸਟ੍ਰੇਲੀਆ ਵਿੱਚ ਨੌਕਰੀ ਲੱਭਣ ਵਾਲੇ ਘੱਟ ਸਨ, ਜਦੋਂ ਕਿ ਅਸਾਮੀਆਂ ਵੱਧ ਖਾਲੀ ਪਈਆਂ ਸਨ। ਬਿਊਰੋ ਦੇ ਲੇਬਰ ਸਟੈਟਿਸਟਿਕਸ ਦੇ ਮੁਖੀ ਨੇ ਦੱਸਿਆ ਹੈ ਕਿ ਬੇਰੁਜ਼ਗਾਰੀ ਵਿੱਚ ਗਿਰਾਵਟ ਵੱਧ ਰਹੀ ਲੇਬਰ ਮਾਰਕੀਟ ਨੂੰ ਦਰਸਾਉਂਦੀ ਹੈ, ਜਿਸ ਵਿੱਚ ਉੱਚੇ ਅਹੁਦੇ ਵਾਲੀਆਂ ਅਸਾਮੀਆਂ ਖਾਲੀ ਪਈਆਂ ਨੇ। ਇਸ ਦੇ ਨਤੀਜੇ ਵਜੋਂ ਅਗਸਤ 1974 ਤੋਂ ਬਾਅਦ ਮੁਲਕ ਵਿੱਚ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਪਾਈ ਗਈ ਹੈ। ਸਰਕਾਰ ਨੇ ਮੁਲਕ ਵਿੱਚ ਕਾਮਿਆਂ ਦੀ ਘਾਟ ਨੂੰ ਦੂਰ ਕਰਨ ਲਈ ਆਸਟ੍ਰੇਲੀਆ ਦੇ ਸਥਾਈ ਹੁਨਰਮੰਦ ਮਾਈਗ੍ਰੇਸ਼ਨ ਕੈਂਪ ਨੂੰ 1,60,000 ਤੋਂ 1,95,000 ਤੱਕ ਵਧਾਉਣ ਦੇ ਲਈ ਵੀ ਸਹਿਮਤੀ ਦੇ ਦਿੱਤੀ ਹੈ। ਸਰਕਾਰ ਦੇ ਕਮਿਸ਼ਨ ਨੇ ਘੱਟੋ-ਘੱਟ ਉਜਰਤ ਵਿੱਚ 5.2% ਵਾਧਾ ਕਰਨ ਦਾ ਐਲਾਨ ਕੀਤਾ ਹੈ। ਹੁਣ ਉਜਰਤ $21.38 ਪ੍ਰਤੀ ਘੰਟਾ ਹੋਵੇਗੀ। ਯੂਨੀਅਨ ਨੇ ਘੱਟ ਆਮਦਨੀ ਵਾਲੇ ਕਾਮਿਆਂ ਨੂੰ ਵੱਧਦੀ ਮਹਿੰਗਾਈ ਤੋਂ ਬਚਾਉਣ ਲਈ 5.5% ਵਾਧੇ ਦੀ ਮੰਗ ਕੀਤੀ ਸੀ। ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਥਾਣੇ ਦੀ ਪੁਲਿਸ ਨੇ ਫਰਜ਼ੀ ਵੀਜ਼ਾ ਪਾਸਪੋਰਟ ਦੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ, ਜੋ ਲੋਕਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਠੱਗੀ 'ਚ ਸ਼ਾਮਲ ਨੇ। ਇਹ ਗਿਰੋਹ ਦਿੱਲੀ, ਹਰਿਆਣਾ ਤੇ ਪੰਜਾਬ ਵਿੱਚ ਸਥਿਤ ਆਪਣੇ ਸਾਥੀਆਂ ਨਾਲ ਮਿਲ ਕੇ ਫਰਜ਼ੀ ਵੀਜ਼ਾ ਅਤੇ ਹੋਰ ਦਸਤਾਵੇਜ਼ ਬਣਾਉਣ 'ਚ ਸ਼ਾਮਲ ਨੇ। ਪੁਲਿਸ ਨੇ ਇਹਨਾਂ ਦੇ ਕਬਜ਼ੇ 'ਚੋਂ 12 ਭਾਰਤੀ ਪਾਸਪੋਰਟ, 7 ਨੇਪਾਲੀ ਪਾਸਪੋਰਟ, ਵੱਖ-ਵੱਖ ਦੇਸ਼ਾਂ ਦੇ 35 PR ਕਾਰਡ ਬਰਾਮਦ ਕੀਤੇ ਨੇ। ਇਸ ਤੋਂ ਇਲਾਵਾ 26 ਵੱਖ-ਵੱਖ ਦੇਸ਼ਾਂ ਦੇ ਵੀਜ਼ਾ, 2000 ਬਲੈਕ ਇੰਡੀਅਨ ਪਾਸਪੋਰਟ, ਵੱਖ-ਵੱਖ ਦੇਸ਼ਾਂ ਦੇ ਬਲੈਂਕ ਵੀਜ਼ਾ ਲੈਟਰ, 165 ਤੋਂ ਵੱਧ ਫਰਜ਼ੀ ਵੀਜ਼ਾ ਟਿਕਟਾਂ ਅਤੇ ਵੱਖ-ਵੱਖ ਦੇਸ਼ਾਂ ਦੇ ਫਰਜ਼ੀ ਵੀਜ਼ਾ ਸਟੈਂਪ ਵੀ ਬਰਾਮਦ ਕੀਤੇ ਨੇ। ਦੋਸ਼ੀਆਂ ਕੋਲੋਂ 127 ਤਰ੍ਹਾਂ ਦੇ ਵੀਜ਼ਾ ਬਣਾਉਣ ਲਈ ਡਿਵਾਈਸ ਬਰਾਮਦ ਕੀਤੀ ਗਈ ਹੈ। ਵੀਜ਼ਾ ਦੇ ਹੋਲੋਗ੍ਰਾਮ ਅਤੇ ਹਾਈ ਕਲਾਸ ਪ੍ਰਿੰਟਿੰਗ ਮਸ਼ੀਨ ਅਤੇ ਵੱਖ-ਵੱਖ ਦੇਸ਼ਾਂ ਦੀਆਂ ਮੋਹਰਾਂ ਬਰਾਮਦ ਕੀਤੀਆਂ ਗਈਆਂ ਨੇ। ਹਵਾਈ ਅੱਡਾ ਪੁਲਿਸ ਡਿਪਟੀ ਕਮਿਸ਼ਨਰ ਤਨੂ ਸ਼ਰਮਾ ਨੇ ਦੱਸਿਆ ਕਿ ਗੁਰਨੂਰ ਸਿੰਘ ਨਾਂ ਦੇ ਵਿਅਕਤੀ ਦੀ ਸ਼ਿਕਾਇਤ ਮਿਲੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਜ਼ਰੀਏ ਉਹ ਅਮਿਤ ਗੌੜ ਦੇ ਸੰਪਰਕ 'ਚ ਆਏ, ਜਿਸ ਨੇ ਆਸਟ੍ਰੇਲੀਆ ਦਾ ਸੈਲਾਨੀ ਵੀਜ਼ਾ ਮੁਹੱਈਆ ਕਰਵਾਉਣ ਦੀ ਗੱਲ ਆਖੀ। ਫਰਜ਼ੀ ਵੀਜ਼ਾ ਹੋਣ ਦੀ ਜਾਂਚ ਕਰਦੇ ਹੋਏ ਪੁਲਿਸ ਅਮਿਤ ਗੌੜ ਤੱਕ ਪਹੁੰਚੀ। ਉਸ ਤੋਂ ਪੁੱਛਗਿੱਛ ਕੀਤੀ ਗਈ ਅਤੇ 3 ਹੋਰ ਦੋਸ਼ੀਆਂ ਦੇ ਨਾਮ ਸਾਹਮਣੇ ਆਏ, ਜਿਨ੍ਹਾਂ 'ਚੋਂ ਨਿਤਨ ਨਾਂ ਦਾ ਦੋਸ਼ੀ ਫੜਿਆ ਗਿਆ ਅਤੇ 2 ਦੋਸ਼ੀ ਫਰਾਰ ਨੇ। ਪੁਲਿਸ ਨੇ ਇਹਨਾਂ ਕੋਲੋਂ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਹੈ, ਜੋ ਵੱਡਾ ਫਰਜ਼ੀ ਵੀਜ਼ਾ ਬਣਾਉਣ ਦਾ ਰੈਕਟ ਦਿੱਲੀ, ਹਰਿਆਣਾ ਅਤੇ ਪੰਜਾਬ ਸੂਬੇ ਤੋਂ ਚੱਲਦਾ ਸੀ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪਾਕਿਸਤਾਨ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਨੇ। ਪਾਕਿਸਤਾਨ ਦੇ ਲਾਹੌਰ ਵਿੱਚ ਇਸ ਨੂੰ ਲੈ ਕੇ ਰਾਸ਼ਟਰੀ ਪੱਧਰ ਦੀ ਮੀਟਿੰਗ ਹੋਈ, ਜਿਸ ਵਿੱਚ ਇਸ ਸਾਲ 8000 ਵਿਦੇਸ਼ੀ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਦਾ ਫੈਸਲਾ ਲਿਆ ਗਿਆ, ਤਾਂ ਜੋ ਦੁਨੀਆ ਭਰ ਤੋਂ ਸ਼ਰਧਾਲੂ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਸਕਣ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਦਾ ਅਟਾਰੀ ਬਾਗਾ ਸਰਹੱਦ ਤੇ ਸਵਾਗਤ ਕੀਤਾ ਜਾਏਗਾ। ਬੋਰਡ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਪਾਕਿਸਤਾਨ 8000 ਵਿਦੇਸ਼ੀ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਜਾ ਰਿਹਾ। ਇਹਨਾਂ ਵਿੱਚੋਂ 3000 ਸ਼ਰਧਾਲੂ ਭਾਰਤ ਤੋਂ ਅਤੇ 5000 ਵਿਸ਼ਵ ਭਰ ਤੋਂ ਹੋਣਗੇ। ਇਸ ਤੋਂ ਇਲਾਵਾ ਪਾਕਿਸਤਾਨ ਵਿੱਚ 14000 ਸਿੱਖ ਸ਼ਰਧਾਲੂ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਗੇ। ਮੀਟਿੰਗ ਵਿੱਚ ਦੱਸਿਆ ਗਿਆ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ 10 ਦਿਨਾਂ ਦਾ ਵੀਜ਼ਾ ਦਿੱਤਾ ਜਾਏਗਾ, ਜੋ ਕਿ 6 ਨਵੰਬਰ ਤੋਂ ਸ਼ੁਰੂ ਹੋਏਗਾ।
ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦਾ ਅਟਾਰੀ ਬਾਗਾ ਸਰਹੱਦ ਤੇ ਸਵਾਗਤ ਕੀਤਾ ਜਾਏਗਾ। 10 ਦਿਨਾਂ ਵਿੱਚ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਇਲਾਵਾ ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਆਦਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਗੇ। ਹਾਂਗਕਾਂਗ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਕੁਝ ਸਖਤ ਯਾਤਰਾ ਪਾਬੰਦੀਆਂ ਨੂੰ ਖਤਮ ਕਰ ਰਿਹਾ, ਜਿਸ ਕਾਰਨ ਨਿਵਾਸੀਆਂ ਤੇ ਕਾਰੋਬਾਰਾਂ ਨੂੰ ਰਾਹਤ ਮਿਲੇਗੀ। ਹਾਂਗਕਾਂਗ ਨੇ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ ਹੁਣ ਜ਼ਰੂਰੀ ਹੋਟਲ ਕੁਆਰੰਟਾਈਨ ਵਿੱਚ ਨਹੀਂ ਰਹਿਣਾ ਪਏਗਾ। ਹਾਂਗਕਾਂਗ ਨੇ 2.5 ਸਾਲ ਬਾਅਦ ਇਸ ਪਾਬੰਦੀ ਨੂੰ ਖਤਮ ਕੀਤਾ ਹੈ। ਸ਼ਹਿਰ ਦੇ ਮੁੱਖ ਕਾਰਜਕਾਰੀ ਜੋਹਨ ਲੀ ਨੇ ਕਿਹਾ ਕਿ ਇੱਥੇ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਜਹਾਜ਼ ਵਿੱਚ ਸਵਾਰ ਹੋਣ ਤੋਂ 48 ਘੰਟੇ ਪਹਿਲਾਂ ਨੈਗੇਟਿਵ PCR ਟੈਸਟ ਦੀ ਰਿਪੋਰਟ ਦੇਣ ਦੀ ਲੋੜ ਨਹੀਂ ਹੈ, ਪਰ ਹੁਣ ਉਹਨਾਂ ਨੂੰ ਜਹਾਜ਼ ਵਿੱਚ ਚੜ੍ਹਨ ਤੋਂ 24 ਘੰਟੇ ਪਹਿਲਾਂ ਨੈਗੇਟਿਵ ਐਂਟੀਜਨ ਟੈਸਟ ਦੀ ਜਾਂਚ ਰਿਪੋਰਟ ਪੇਸ਼ ਕਰਨੀ ਹੋਏਗੀ। ਲੀ ਨੇ ਕਿਹਾ, ਸਾਨੂੰ ਦੁਨੀਆ ਨਾਲ ਜੁੜਨ ਲਈ ਵੱਧ ਤੋਂ ਵੱਧ ਤਰੀਕਿਆਂ ਦੀ ਆਗਿਆ ਲੈਣ ਦੀ ਜ਼ਰੂਰਤ ਹੈ, ਆਗਿਆ ਦੇਣ ਦੀ ਜ਼ਰੂਰਤ ਹੈ, ਤਾਂ ਜੋ ਅਸੀਂ ਆਪਣੀ ਆਰਥਿਕਤਾ ਨੂੰ ਤੇਜ਼ ਕਰ ਸਕੀਏ ਅਤੇ ਆਉਣ ਵਾਲੇ ਯਾਤਰੀਆਂ ਨੂੰ ਅਸੁਵਿਧਾ ਨੂੰ ਘਟਾ ਸਕੀਏ। ਲਾਜ਼ਮੀ ਹੋਟਲ ਕੁਆਰੰਟਾਈਨ ਵਰਗੀਆਂ ਪਾਬੰਦੀਆਂ ਦੇ ਹਾਂਗਕਾਂਗ ਦੀ ਆਰਥਿਕਤਾ ਨੇ ਵਿਨਾਸ਼ਕਾਰੀ ਪ੍ਰਭਾਵ ਪਾਇਆ। ਇਸਨੇ ਵਿੱਤੀ ਕੇਂਦਰ ਨੂੰ ਦੁਨੀਆ ਤੋਂ ਅਲੱਗ ਕਰ ਦਿੱਤਾ। ਇਸ ਦੇ ਨਾਲ ਹੀ ਸ਼ਹਿਰ ਦੇ ਕਈ ਹਿੱਸੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ। ਪਿਛਲੇ 2.5 ਸਾਲ ਤੋਂ ਹਾਂਗਕਾਂਗ ਨੇ ਸਖਤ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ ਹੈ। ਜਾਪਾਨ ਤੋਂ ਇੱਕ ਚੰਗੀ ਖਬਰ ਆਈ ਹੈ। ਕੋਵਿਡ ਮਹਾਮਾਰੀ ਕਾਰਨ 2 ਸਾਲ ਤੋਂ ਵੱਧ ਸਮੇਂ ਤੱਕ ਬੰਦ ਰਹਿਣ ਤੋਂ ਬਾਅਦ ਜਾਪਾਨ ਵਿਦੇਸ਼ੀ ਸੈਲਾਨੀਆਂ ਲਈ ਆਪਣੇ ਦਰਵਾਜ਼ੇ ਖੋਲ੍ਹਣ ਜਾ ਰਿਹਾ। 11 ਅਕਤੂਬਰ ਤੋਂ ਸੈਲਾਨੀ ਬਿਨਾਂ ਵੀਜ਼ਾ ਦੇ ਦੇਸ਼ ਦਾ ਦੌਰਾ ਕਰਨ ਦੇ ਯੋਗ ਹੋਣਗੇ ਅਤੇ ਹੁਣ ਉਹਨਾਂ ਨੂੰ ਕਿਸੇ ਟਰੈਵਲ ਏਜੰਸੀ ਰਾਹੀਂ ਜਾਣ ਦੀ ਲੋੜ ਨਹੀਂ ਪਏਗੀ। ਰੋਜ਼ਾਨਾ ਆਮਦ ਤੇ ਵੀ ਕੈਪ ਹਟਾ ਦਿੱਤੀ ਜਾਏਗੀ। BBC ਨੇ ਕਿਹਾ ਕਿ ਜਾਪਾਨ ਦੀ ਘੋਸ਼ਣਾ ਉਸ ਸਮੇਂ ਆਈ ਹੈ ਜਦੋਂ ਤਾਇਵਾਨ ਅਤੇ ਹਾਂਗਕਾਂਗ ਨੇ ਵੀ ਸੈਲਾਨੀਆਂ ਲਈ ਦਾਖਲੇ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਹੈ। ਤਾਇਵਾਨ ਅਕਤੂਬਰ ਦੇ ਅੱਧ ਤੱਕ ਅੰਤਰਰਾਸ਼ਟਰੀ ਆਮਦ ਲਈ ਕੁਆਰੰਟਾਈਨ ਲੋੜਾਂ ਨੂੰ ਘਟਾ ਦੇਵੇਗਾ, ਜਦੋਂ ਕਿ ਹਾਂਗਕਾਂਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ 26 ਸਤੰਬਰ ਤੋਂ ਹੋਟਲ ਕੁਆਰੰਟਾਈਨ ਦੀ ਬਜਾਏ ਘਰ ਵਿੱਚ ਹੀ ਇਕਾਂਤਵਾਸ ਕਰਾਏਗਾ। ਗੌਰਤਲਬ ਹੈ ਕਿ 6 ਮਹੀਨਿਆਂ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਜਾਪਾਨੀ ਯੇਨ ਦੇ ਸਭ ਤੋਂ ਹੇਠਲੇ ਬਿੰਦੂ ਤੇ ਪਹੁੰਚਣ ਦੇ ਵਿਚਕਾਰ ਇਹ ਫੈਸਲਾ ਜਾਪਾਨ ਲਈ ਯਾਤਰੀਆਂ ਦੀ ਅਨੁਮਾਨਿਤ ਆਮਦ, ਸਰਕਾਰੀ ਅਤੇ ਸਥਾਨਕ ਕਾਰੋਬਾਰਾਂ ਲਈ ਇੱਕ ਸਵਾਗਤ ਹੁਲਾਰਾ ਹੋਏਗਾ। ਇਹ ਸਨ ਇਸ ਹਫਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਅਗਲੇ ਹਫਤੇ ਮੈਂ ਫਿਰ ਤੋਂ ਹਾਜ਼ਰ ਹੋਊਂਗੀ ਬਹੁਤ ਸਾਰੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਖਾਸ ਅਪਡੇਟਸ ਲੈ ਕੇ। ਸ਼ੁਕਰੀਆ।